ਸਤਿ ਸ਼੍ਰੀ ਅਕਾਲ। PNCN ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਖਬਰਾਂ ਦੇ ਇਸ ਬੁਲੇਟਿਨ ਵਿੱਚ ਸਵਾਗਤ ਹੈ। ਖਬਰਾਂ ਦੀ ਸ਼ੁਰੂਆਤ ਕਰਾਂਗੇ ਹੈਡਲਾਈਨਸ ਦੇ ਨਾਲ। ਦੱਖਣੀ ਓਟਵਾ ਵੱਲ ਫਾਰਮ ਨੂੰ ਲੱਗੀ ਭਿਆਨਕ ਅੱਗ, 80 ਤੋਂ ਵੱਧ ਗਾਵਾਂ ਦੀ ਮੌਤ। ਵਿਨੀਪੈਗ ਵਿੱਚ ਘਰ ਤੇ ਗੋਲੀਆਂ ਚੱਲਣ ਦਾ ਮਾਮਲਾ, ਪੁਲਿਸ ਨੇ ਹਥਿਆਰਾਂ ਸਮੇਤ ਕਾਬੂ ਕੀਤੀਆਂ 2 ਔਰਤਾਂ ਦੇ ਉੱਤੇ ਕੀਤੇ ਮਾਮਲੇ ਦਰਜ। ਕੈਨੇਡਾ ਨੇ ਭਾਰਤ ਤੇ ਪਾਕਿਸਤਾਨ ਤੋਂ ਆਉਣ ਵਾਲੀਆਂ ਫਲਾਈਟਾਂ ਨੂੰ ਫਿਲਹਾਲ ਬੰਦ ਹੀ ਰੱਖਣ ਦਾ ਕੀਤਾ ਐਲਾਨ। ਓਨਟਾਰੀਓ ਵਿੱਚ ਜੋ 2 ਭੈਣ ਭਰਾਵਾਂ ਦੇ ਨਾਲ ਵਾਪਰਿਆ ਸੀ ਹਾਦਸਾ, 4 ਸਾਲਾ ਬੱਚੇ ਤੋਂ ਬਾਅਦ ਉਸਦੀ 10 ਸਾਲਾ ਭੈਣ ਦੀ ਵੀ ਹੋਈ ਮੌਤ। ਵੈਨਕੂਵਰ ਵਿੱਚ 14 ਸਾਲਾ ਨੌਜਵਾਨ ਦੇ 19 ਸਾਲ ਦੇ ਨੌਜਵਾਨ ਨੇ ਮਾਰਿਆ ਚਾਕੂ। ਯਾਰਕ ਰੀਜਨਲ ਪੁਲਿਸ ਨੇ ਦੱਸਿਆ 12 ਸਾਲ ਦੇ ਲੜਕੇ ਤੋਂ ਗੱਡੀ ਚਲਵਾਉਣ ਵਾਲੇ ਪਿਤਾ ਨੂੰ ਕੀਤਾ ਗਿਆ ਗ੍ਰਿਫਤਾਰ। ਮੈਨੀਟੋਬਾ ਵੱਲੋਂ ਜਸਟਿਨ ਟਰੂਡੋ ਤੋਂ ਕੀਤੀ ਗਈ ਮੰਗ, ਇਸ ਦੇ ਬਾਰੇ ਦੱਸਾਂਗੇ। ਤੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਰੈਸਟੋਰੈਂਟਸ ਵਿੱਚ ਡਾਈਨ-ਇਨ ਸਰਵਿਸ ਮੁੜ ਤੋਂ ਸ਼ੁਰੂ ਹੋਣ ਸੰਬੰਧੀ ਹੋਏ ਐਲਾਨ ਦੇ ਬਾਰੇ ਵੀ ਦਵਾਂਗੇ ਜਾਣਕਾਰੀ। ਇਸ ਦੇ ਨਾਲ ਹੀ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ। ਦੱਖਣੀ ਓਟਵਾ ਦੇ ਵਿੱਚ ਇੱਕ ਬਾਰ ਨੂੰ ਭਿਆਨਕ ਅੱਗ ਲੱਗਣ ਦਾ ਮਾਮਲਾ ਸਾਹਮਣੇ ਆਇਆ, ਜਿਸ ਦੇ ਵਿੱਚ 80 ਤੋਂ ਵੱਧ ਗਊਆਂ ਦੀ ਜਾਨ ਚਲੀ ਗਈ ਹੈ। ਓਟਵਾ ਦੇ ਦੱਖਣੀ ਹਿੱਸੇ ਦੇ ਵਿੱਚ ਪੇਂਡੂ ਖੇਤਰ ਦੇ ਵੱਲ ਇੱਕ ਫਾਰਮ ਨੂੰ ਭਿਆਨਕ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ 80 ਤੋਂ ਜ਼ਿਆਦਾ ਗਊਆਂ ਦੀ ਮੌਤ ਹੋ ਗਈ। ਸਿਟੀ ਤੋਂ ਫਾਇਰ ਸਰਵਿਸ ਅਧਿਕਾਰੀਆਂ ਨੇ ਇੱਥੇ ਜਾਣਕਾਰੀ ਦਿੱਤੀ ਹੈ, ਜਿਨ੍ਹਾਂ ਨੇ ਕਿਹਾ ਹੈ ਕਿ ਆਲੇ ਦੁਆਲੇ ਤੋਂ ਲੋਕ ਵੀ ਮੌਕੇ ਦੇ ਉੱਤੇ ਪਹੁੰਚ ਗਏ, ਜਿਨ੍ਹਾਂ ਦੇ ਵੱਲੋਂ ਬਾਰਨ ਦੇ ਵਿੱਚ ਮੌਜੂਦ ਜਾਨਵਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਜਿੱਥੋਂ ਕਈ ਗਊਆਂ ਨੂੰ ਕੱਢ ਵੀ ਲਿਆ ਗਿਆ। ਓਟਵਾ ਫਾਇਰ ਸਰਵਿਸ ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਉਹਨਾਂ ਨੂੰ 911 ਤੇ ਜੋ ਫੋਨ ਆਏ 7:20 ਦੇ ਕਰੀਬ ਦਾ ਸਮਾਂ ਸੀ ਵੀਰਵਾਰ ਨੂੰ, ਜਦੋਂ ਇਹ ਮਾਮਲਾ ਵਾਪਰਿਆ। ਫਰਸਟ ਲਾਈਨ ਰੋਡ ਦੇ ਉੱਤੇ ਸੈਂਚੁਰੀ ਰੋਡ ਈਸਟ ਦੇ ਨੇੜੇ ਕਾਲਾ ਧੂੰਆਂ ਕਾਫੀ ਸੰਘਣਾ ਨਿਕਲ ਰਿਹਾ ਸੀ, ਜਿੱਥੇ ਕਿ ਅਧਿਕਾਰੀ ਮੌਕੇ ਦੇ ਉੱਤੇ ਪਹੁੰਚੇ ਤੇ ਅੱਗ ਦੇ ਉੱਤੇ ਕਾਬੂ ਪਾਉਣ ਦੀ ਤੁਰੰਤ ਕਾਫੀ ਕੋਸ਼ਿਸ਼ ਕੀਤੀ ਗਈ, ਪਰ ਨੁਕਸਾਨ ਕਾਫੀ ਹੋ ਗਿਆ ਸੀ, ਜਿੱਥੇ ਕਿ ਅੱਗ ਦੇ ਕਰਕੇ 80 ਤੋਂ ਵੱਧ ਗਊਆਂ ਦੀ ਜਾਨ ਚਲੀ ਗਈ, ਕਿਉਂਕਿ ਉਹਨਾਂ ਨੂੰ ਬਚਾਉਣ ਦੇ ਵਾਸਤੇ ਲੋਕਾਂ ਦੇ ਵੱਲੋਂ ਵੀ ਮੁਸ਼ਕਲ ਦਾ ਸਾਹਮਣਾ ਕੀਤਾ ਜਾ ਰਿਹਾ ਸੀ, ਕਿਉਂਕਿ ਉਹਨਾਂ ਦੇ ਉੱਤੇ ਜਿਹੜਾ ਸ਼ੈੱਡ ਸੀ ਉਹ ਪਲਾਸਟਿਕ ਦਾ ਸੀ ਤੇ ਨੇੜੇ ਅੱਗ ਲੱਗਣ ਦੇ ਕਰਕੇ ਉਹ ਪਿਘਲਣਾ ਸ਼ੁਰੂ ਹੋ ਗਿਆ। ਅਗਲੀ ਖਬਰ ਵਿਨੀਪੈਗ ਤੋਂ ਹੈ, ਜਿੱਥੇ ਕਿ ਇੱਕ ਘਰ ਦੇ ਉੱਤੇ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ, ਜਿਸ ਤੋਂ ਬਾਅਦ ਵਿਨੀਪੈਗ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਨੇ 2 ਔਰਤਾਂ ਦੇ ਉੱਤੇ ਮਾਮਲੇ ਦਰਜ ਕੀਤੇ ਨੇ। ਤੁਹਾਨੂੰ ਦੱਸਦੇ ਹਾਂ ਕਿ ਕੀ ਹੈ ਪੂਰਾ ਮਾਮਲਾ। ਵਿਨੀਪੈਗ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਉੱਥੇ ਚਾਰਲਸਵੁੱਡ ਭਾਈਚਾਰੇ ਦੇ ਵਿੱਚ ਇੱਕ ਘਰ ਦੇ ਉੱਤੇ ਗੋਲੀਆਂ ਚਲਾਈਆਂ ਗਈਆਂ, ਜਿਸ ਮਾਮਲੇ ਵਿੱਚ ਉਹਨਾਂ ਨੇ 2 ਔਰਤਾਂ ਦੇ ਉੱਤੇ ਮਾਮਲੇ ਦਰਜ ਕੀਤੇ ਨੇ। ਪੁਲਿਸ ਨੇ ਦੱਸਿਆ ਕਿ 100 ਬਲਾਕ ਵਿੰਡਮਿਲ ਵੇ ਦੇ ਉੱਤੇ ਸਵੇਰੇ 4 ਵਜੇ ਦੇ ਕਰੀਬ ਦਾ ਸਮਾਂ ਸੀ ਜਦੋਂ ਉਹਨਾਂ ਨੂੰ ਬੁਲਾਇਆ ਗਿਆ। ਸ਼ੁੱਕਰਵਾਰ ਨੂੰ ਹੀ ਉਹਨਾਂ ਨੇ ਜਾਣਕਾਰੀ ਦਿੱਤੀ ਹੈ, ਜਿਸ ਦੇ ਵਿੱਚ ਉਹਨਾਂ ਨੇ ਦੱਸਿਆ ਕਿ 2 ਸ਼ੱਕੀ ਔਰਤਾਂ, ਜਿਨ੍ਹਾਂ ਦੇ ਕੋਲ ਕਈ ਹਥਿਆਰ ਸਨ, ਉਹ ਇੱਕ ਘਰ ਦੇ ਬਾਹਰ ਪਹੁੰਚੀਆਂ ਤੇ ਉਹਨਾਂ ਨੇ ਗੋਲੀਆਂ ਚਲਾਈਆਂ ਤੇ ਉਸ ਤੋਂ ਬਾਅਦ ਇੱਕ ਵਾਹਨ ਦੇ ਵਿੱਚ ਫਰਾਰ ਹੋ ਗਈਆਂ। ਜਿਸ ਸਮੇਂ ਗੋਲੀਆਂ ਚੱਲੀਆਂ, ਘਰ ਦੇ ਵਿੱਚ 3 ਵਿਅਕਤੀ ਮੌਜੂਦ ਸਨ, ਪਰ ਕੋਈ ਵੀ ਜ਼ਖਮੀ ਨਹੀਂ ਹੋਇਆ, ਇਹ ਬਚਾ ਰਿਹਾ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਜਿਸ ਵਾਹਨ ਦੇ ਵਿੱਚ ਉਹ ਫਰਾਰ ਹੋਈਆਂ ਸੀ, ਉਹ ਵਾਹਨ ਵੀ ਚੋਰੀ ਦਾ ਸੀ, ਜੋ ਕਿ 200 ਬਲਾਕ ਦੇ ਨੇੜੇ ਪੁਲਿਸ ਅਧਿਕਾਰੀਆਂ ਨੂੰ ਮਿਲਿਆ ਤੇ ਨਾਲ ਹੀ ਦੋਵੇਂ ਔਰਤਾਂ ਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਤੇ ਉਸ ਵਾਹਨ ਦੇ ਵਿੱਚੋਂ ਕਈ ਹਥਿਆਰ ਵੀ ਪੁਲਿਸ ਨੂੰ ਮਿਲੇ ਨੇ, ਜਿਸ ਦੇ ਵਿੱਚ ਨਸ਼ਾ ਤੇ ਨਾਲ ਹੀ ਕੈਸ਼ ਵੀ ਪੁਲਿਸ ਨੂੰ ਮਿਲਿਆ। ਦੋਵੇਂ ਔਰਤਾਂ ਦੇ ਨਾਮ ਤਾਂ ਪੁਲਿਸ ਨੇ ਨਹੀਂ ਦੱਸੇ, ਪਰ ਉਹਨਾਂ ਦੀ ਉਮਰ ਦੱਸੀ ਹੈ। ਪੁਲਿਸ ਨੇ ਕਿਹਾ ਕਿ ਇੱਕ ਦੀ ਉਮਰ 32 ਸਾਲ ਤੇ ਦੂਜੀ ਦੀ ਉਮਰ 22 ਸਾਲ ਸੀ, ਜਿਨ੍ਹਾਂ ਦੇ ਉੱਤੇ ਕਈ ਮਾਮਲੇ ਦਰਜ ਕੀਤੇ ਗਏ ਨੇ। ਤੇ ਨਾਲ ਹੀ ਪੁਲਿਸ ਨੇ ਕਿਹਾ ਕਿ ਇਸ ਮਾਮਲੇ ਵਿੱਚ ਜੇਕਰ ਕਿਸੇ ਨੂੰ ਜਾਣਕਾਰੀ ਹੋਵੇ ਤਾਂ 204 986 6219 ਤੇ ਸੰਪਰਕ ਕੀਤਾ ਜਾ ਸਕਦਾ ਹੈ। ਅੱਗੇ ਜਾਣਕਾਰੀ ਕਿ ਕੈਨੇਡਾ ਸਰਕਾਰ ਦੇ ਵੱਲੋਂ ਜੋ ਤਾਜ਼ਾ ਐਲਾਨ ਕੀਤਾ ਗਿਆ, ਜਿਸ ਦੇ ਤਹਿਤ ਭਾਰਤ ਤੇ ਪਾਕਿਸਤਾਨ ਤੋਂ ਆਉਣ ਵਾਲੀਆਂ ਫਲਾਈਟਾਂ ਬੰਦ ਕੀਤੇ ਜਾਣ ਦੇ ਸਮੇਂ ਨੂੰ ਹੋਰ ਜ਼ਿਆਦਾ ਵਧਾ ਦਿੱਤਾ ਗਿਆ ਹੈ। ਇਸ ਮੌਕੇ 22 ਅਪ੍ਰੈਲ ਨੂੰ ਜੋ ਫਲਾਈਟਾਂ ਬੰਦ ਕੀਤੀਆਂ ਗਈਆਂ ਸਨ ਭਾਰਤ ਤੇ ਪਾਕਿਸਤਾਨ ਵਿੱਚ ਕੋਵਿਡ-19 ਦੇ ਮਾਮਲਿਆਂ ਦੇ ਵਧਣ ਦੇ ਕਰਕੇ, ਤੇ ਨਾਲ ਹੀ ਜੋ ਇੰਟਰਨੈਸ਼ਨਲ ਫਲਾਈਟਾਂ ਇਹਨਾਂ ਦੇਸ਼ਾਂ ਤੋਂ ਕੈਨੇਡਾ ਦੇ ਵਿੱਚ ਆ ਰਹੀਆਂ ਸਨ, ਉਹਨਾਂ ਫਲਾਈਟਾਂ ਦੇ ਵਿੱਚ ਕੋਵਿਡ-19 ਤੋਂ ਪੋਜ਼ਿਟਿਵ ਕਾਫੀ ਜ਼ਿਆਦਾ ਗਿਣਤੀ ਦੇ ਵਿੱਚ ਯਾਤਰੀਆਂ ਨੂੰ ਪਾਇਆ ਗਿਆ, ਜਿਸ ਤੋਂ ਬਾਅਦ ਫਿਲਹਾਲ ਦੇ ਵਾਸਤੇ ਇਹ ਬੈਨ ਲਾਇਆ ਗਿਆ ਸੀ। ਪਹਿਲਾਂ 1 ਮਹੀਨੇ ਵਾਸਤੇ ਲਾਇਆ ਗਿਆ ਤੇ ਫਿਰ ਹੁਣ 1 ਹੋਰ ਮਹੀਨੇ ਵਾਸਤੇ ਇਸ ਨੂੰ ਵਧਾ ਦਿੱਤਾ ਗਿਆ ਹੈ। ਹੁਣ ਜੂਨ 21 ਤੱਕ ਫਿਲਹਾਲ ਭਾਰਤ ਤੇ ਪਾਕਿਸਤਾਨ ਤੋਂ ਸਿੱਧੀਆਂ ਫਲਾਈਟਾਂ ਕੈਨੇਡਾ ਦੇ ਵਿੱਚ ਨਹੀਂ ਆ ਸਕਣਗੀਆਂ, ਪਰ ਤੀਜੇ ਦੇਸ਼ ਦੇ ਰਾਹੀਂ ਯਾਤਰੀ ਆ ਸਕਦੇ ਨੇ। ਇਸ ਦੇ ਵਿੱਚ ਸ਼ਰਤ ਇਹ ਹੈ ਕਿ ਕੋਵਿਡ-19 ਦੇ PCR ਟੈਸਟ ਦੀ ਜੋ ਨੈਗੇਟਿਵ ਰਿਪੋਰਟ ਹੈ, ਉਹ ਉਸ ਦੇਸ਼ ਤੋਂ ਕਰਵਾਈ ਗਈ ਹੋਣੀ ਚਾਹੀਦੀ ਹੈ ਜੋ ਤੀਜੇ ਦੇਸ਼ ਦੇ ਰਾਹੀਂ ਉਹ ਜਦੋਂ ਆਉਣਗੇ। ਜਿਸ ਤੋਂ ਬਾਅਦ ਟਰਾਂਸਪੋਰਟ ਮੰਤਰੀ ਨੇ ਇਸ ਮੌਕੇ ਇਹ ਵੀ ਕਿਹਾ ਕਿ ਜੋ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਗਿਆ ਹੈ ਤੇ ਟਰੈਵਲ ਨੂੰ ਲੈ ਕੇ ਜੋ ਰੋਕ ਹੈ ਉਸ ਦੇ ਬਾਰੇ ਕੱਲ ਹੀ ਐਲਾਨ ਕਰ ਦਿੱਤਾ ਗਿਆ ਸੀ ਕਿ 21 ਜੂਨ ਤੱਕ ਟਰੈਵਲ ਸੰਬੰਧੀ ਹਦਾਇਤਾਂ ਨੇ ਜੋ 18 ਮਾਰਚ 2020 ਤੋਂ ਲਾਗੂ ਨੇ। ਜੇਕਰ ਇਸ ਦੇ ਉੱਤੇ ਕੋਈ ਹੋਰ ਜਾਣਕਾਰੀ ਸਾਹਮਣੇ ਆਉਂਦੀ ਹੈ ਤਾਂ ਤੁਹਾਨੂੰ ਦੱਸਾਂਗੇ। ਅਗਲੀ ਖਬਰ ਹੈ ਓਨਟਾਰੀਓ ਤੋਂ। ਦਰਅਸਲ ਜੋ ਵੌਨ ਤੋਂ ਮਾਮਲਾ ਸਾਹਮਣੇ ਆਇਆ ਸੀ, ਜਿਸ ਦੇ ਬਾਰੇ ਅਸੀਂ ਤੁਹਾਨੂੰ ਜਾਣਕਾਰੀ ਦਿੱਤੀ ਸੀ ਕਿ 16 ਸਾਲਾ ਨੌਜਵਾਨ ਜਿਸ ਨੂੰ ਗ੍ਰਿਫਤਾਰ ਕੀਤਾ ਗਿਆ, ਉਸਨੇ ਗੱਡੀ ਇੱਕ ਡਰਾਈਵੇ ਦੇ ਉੱਤੇ ਚੜਾ ਦਿੱਤੀ ਸੀ, ਜਿੱਥੇ ਕਿ 2 ਛੋਟੇ ਬੱਚੇ
ਹਾਦਸੇ ਦੇ ਸ਼ਿਕਾਰ ਹੋ ਗਏ ਸਨ, ਜਿਨ੍ਹਾਂ ਨਾਲ ਇੱਕ ਵਿਅਕਤੀ ਵੀ ਮੌਜੂਦ ਸੀ ਤੇ ਉਸ ਨੂੰ ਘੱਟ ਹੀ ਸੱਟਾਂ ਆਈਆਂ ਸਨ। ਪਰ ਇਸ ਦੇ ਵਿੱਚ 4 ਸਾਲਾ ਜੋ ਬੱਚਾ ਹੈ ਉਸ ਦੀ ਜਾਨ ਚਲੀ ਗਈ ਸੀ ਤੇ ਉਸ ਦੇ ਨਾਲ 10 ਸਾਲ ਦੀ ਬੱਚੀ ਮੌਜੂਦ ਸੀ। ਦੋਵੇਂ ਸਕੇ ਭੈਣ ਭਰਾ ਸਨ। 10 ਸਾਲ ਦੀ ਬੱਚੀ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਤੇ ਉਸਨੇ ਵੀ ਦਮ ਤੋੜ ਦਿੱਤਾ ਹੈ, ਜਿਸ ਤੋਂ ਬਾਅਦ ਜੋ 10 ਸਾਲ ਦੀ ਬੱਚੀ ਹੈ ਉਸ ਦਾ ਨਾਮ ਅਨਾਇਆ ਤੇ 4 ਸਾਲ ਦੇ ਬੱਚੇ ਦਾ ਨਾਮ ਜੈਕਸ ਸੀ, ਜਿਸ ਦੀ ਤਸਵੀਰ ਵੀ ਇੱਕ ਸਾਂਝੀ ਕੀਤੀ ਉਹਨਾਂ ਦੇ ਪਰਿਵਾਰ ਨੇ। ਤੇ ਬੱਚਿਆਂ ਦੀ ਇੱਕ ਸੰਸਥਾ ਦੇ ਵਾਸਤੇ ਇਹਨਾਂ ਦੋਵਾਂ ਦੇ ਨਾਮ ਦੇ ਉੱਤੇ ਫੰਡ ਇਕੱਠਾ ਕੀਤਾ ਗਿਆ ਹੈ। $1 ਲੱਖ ਤੋਂ ਵੱਧ ਦਾ ਫੰਡ ਇਕੱਠਾ ਹੋ ਗਿਆ, ਜਿਸ ਦੇ ਬਾਅਦ ਬੱਚਿਆਂ ਨਾਲ ਸੰਬੰਧਿਤ ਇੱਕ ਸੰਸਥਾ ਹੈ ਜਿਸ ਨੂੰ ਕਿ ਇਹ ਫੰਡ ਦਿੱਤਾ ਜਾ ਰਿਹਾ ਹੈ। ਤੇ ਇਸ ਦੇ ਬਾਰੇ ਜੋ ਜਾਣਕਾਰੀ ਹੈ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਸਾਂਝੀ ਵੀ ਕੀਤੀ ਗਈ ਹੈ, ਜਿਸ ਦੇ ਵਿੱਚ ਇਹ ਵੀ ਦੱਸਿਆ ਗਿਆ ਕਿ ਅਨਾਇਆ ਤੇ ਜੈਕਸ ਬਹੁਤ ਹੀ ਪਿਆਰੇ ਬੱਚੇ ਸਨ, ਜੋ ਕਿ ਸਾਰਿਆਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੇ ਸਨ ਤੇ ਸਾਰਿਆਂ ਦੀ ਇੱਜ਼ਤ ਕਰਦੇ ਸਨ, ਜਿਨ੍ਹਾਂ ਨੂੰ ਭਾਈਚਾਰੇ ਨੇ ਖੋ ਦਿੱਤਾ ਹੈ। ਅਗਲੀ ਖਬਰ ਵੈਨਕੂਵਰ ਤੋਂ ਹੈ, ਜਿੱਥੇ ਕਿ ਇੱਕ 14 ਸਾਲ ਦੇ ਨੌਜਵਾਨ ਦੇ ਚਾਕੂ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਵੈਨਕੂਵਰ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਉੱਥੇ 14 ਸਾਲ ਦੇ ਨੌਜਵਾਨ ਨੂੰ ਉਸ ਸਮੇਂ ਹਸਪਤਾਲ ਪਹੁੰਚਾਉਣਾ ਪਿਆ ਜਦੋਂ ਵੀਰਵਾਰ ਦੇ ਦਿਨ ਪੂਰਬੀ ਵੈਨਕੂਵਰ ਦੇ ਵਿੱਚ ਉਸਦੇ ਚਾਕੂ ਮਾਰਿਆ ਗਿਆ, ਜਿਸ ਦੀ ਹਾਲਤ ਖਤਰੇ ਤੋਂ ਬਾਹਰ ਹੈ। ਦਰਅਸਲ ਇਹ ਮਾਮਲਾ ਸਵੇਰੇ 8:30 ਵਜੇ ਦੇ ਕਰੀਬ ਵਾਪਰਿਆ, ਜੋ ਕਿ 29 ਐਵੇਨਿਊ ਤੇ ਗਲੈਡਸਟੋਨ ਸਟਰੀਟ ਦੇ ਨੇੜੇ ਵਾਪਰਿਆ। ਪੁਲਿਸ ਅਧਿਕਾਰੀਆਂ ਨੇ ਇਸ ਦੇ ਬਾਰੇ ਜਾਣਕਾਰੀ ਦਿੱਤੀ ਹੈ, ਜਿਨ੍ਹਾਂ ਨੇ ਕਿਹਾ ਕਿ ਜੋ 14 ਸਾਲਾ ਨੌਜਵਾਨ ਹੈ ਉਸਦੇ ਇੱਕ 19 ਸਾਲਾ ਨੌਜਵਾਨ ਦੇ ਨਾਲ ਲੜਾਈ ਹੋ ਗਈ, ਜਿਸ ਤੋਂ ਬਾਅਦ 19 ਸਾਲਾ ਨੌਜਵਾਨ ਨੇ 14 ਸਾਲ ਦੇ ਨੌਜਵਾਨ ਦੇ ਚਾਕੂ ਮਾਰ ਦਿੱਤਾ। ਫਿਲਹਾਲ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਕੋਈ ਵੀ ਗ੍ਰਿਫਤਾਰੀ ਨਹੀਂ ਕੀਤੀ ਹੈ, ਜਿਨ੍ਹਾਂ ਨੇ ਕਿਹਾ ਕਿ ਇਸ ਦੇ ਉੱਤੇ ਜਾਂਚ ਚੱਲ ਰਹੀ ਹੈ ਤੇ ਇਸ ਮੌਕੇ 14 ਸਾਲ ਦਾ ਨੌਜਵਾਨ ਹਸਪਤਾਲ ਦੇ ਵਿੱਚ ਭਰਤੀ ਹੈ, ਜਿੱਥੇ ਕਿ ਉਸ ਦਾ ਇਲਾਜ ਚੱਲ ਰਿਹਾ ਹੈ ਤੇ ਉਸ ਦੀ ਹਾਲਤ ਖਤਰੇ ਤੋਂ ਬਾਹਰ ਹੈ। ਇਸ ਮੌਕੇ ਅਧਿਕਾਰੀਆਂ ਨੇ ਵੀ ਕਿਹਾ ਕਿ ਮੌਕੇ ਦੇ ਉੱਤੇ ਜੇਕਰ ਕੋਈ ਚਸ਼ਮਦੀਦ ਸਨ ਤਾਂ ਉਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ, ਜਿਸ ਦੇ ਬਾਰੇ ਉਹਨਾਂ ਨੂੰ ਜਾਣਕਾਰੀ ਦਿੱਤੀ ਜਾ ਸਕਦੀ ਹੈ। ਅੱਗੇ ਕਿ ਯਾਰਕ ਰੀਜਨਲ ਪੁਲਿਸ ਨੇ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਨੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ। ਦਰਅਸਲ ਉਹ ਵਿਅਕਤੀ ਗੱਡੀ ਦੇ ਵਿੱਚ ਨਾਲ ਵਾਲੀ ਸੀਟ ਤੇ ਬੈਠਾ ਸੀ ਤੇ ਡਰਾਈਵਰ ਸੀਟ ਦੇ ਉੱਤੇ ਉਸਨੇ ਆਪਣੇ 12 ਸਾਲ ਦੇ ਬੱਚੇ ਨੂੰ ਬਿਠਾਇਆ ਹੋਇਆ ਸੀ, ਜੋ ਕਿ ਗੱਡੀ ਚਲਾ ਰਿਹਾ ਸੀ। ਜਦੋਂ 12 ਸਾਲ ਦਾ ਬੱਚਾ ਗੱਡੀ ਚਲਾ ਰਿਹਾ ਸੀ ਤਾਂ ਉਸ ਦੇ ਬਾਰੇ ਕਿਸੇ ਨੇ ਪੁਲਿਸ ਨੂੰ ਫੋਨ ਕਰਕੇ ਜਾਣਕਾਰੀ ਦਿੱਤੀ ਤਾਂ ਪੁਲਿਸ ਅਧਿਕਾਰੀ ਜਦੋਂ ਮੌਕੇ ਦੇ ਉੱਤੇ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਤਾਂ ਉਸ ਤੋਂ ਬਾਅਦ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਿਸ ਦੇ ਉੱਤੇ ਮਾਮਲੇ ਵੀ ਦਰਜ ਕੀਤੇ ਗਏ ਨੇ, ਜਿਸ ਦੇ ਉੱਤੇ ਉਸ ਬੱਚੇ ਦੀ ਜ਼ਿੰਦਗੀ ਨੂੰ ਖਤਰੇ ਦੇ ਵਿੱਚ ਪਾਉਣ ਦੇ ਨਾਲ ਸੰਬੰਧਿਤ ਤੇ ਨਾਲ ਹੀ ਖਰਾਬ ਡਰਾਈਵਿੰਗ ਦੇ ਨਾਲ ਸੰਬੰਧਿਤ ਮਾਮਲੇ ਦਰਜ ਕੀਤੇ ਗਏ ਨੇ ਤੇ ਗੈਰ ਜ਼ਿੰਮੇਵਾਰਾਨਾ ਹਰਕਤ ਇਸ ਨੂੰ ਪੁਲਿਸ ਅਧਿਕਾਰੀਆਂ ਦੇ ਵੱਲੋਂ ਦੱਸਿਆ ਗਿਆ ਤੇ ਸਾਰੇ ਹੀ ਮਾਪਿਆਂ ਨੂੰ ਜਾਗਰੂਕ ਰਹਿਣ ਦੇ ਵਾਸਤੇ ਕਿਹਾ ਕਿ ਅਜਿਹੀ ਗਲਤੀ ਨਾ ਕੀਤੀ ਜਾਵੇ, ਜਿਸ ਨੂੰ ਲੈ ਕੇ ਉਸ ਪਿਤਾ ਦੇ ਉੱਤੇ ਮਾਮਲੇ ਤਾਂ ਦਰਜ ਕੀਤੇ ਗਏ ਤਾਂ ਉਸ ਤੋਂ ਬਾਅਦ ਉਹ 12 ਸਾਲ ਦਾ ਬੱਚਾ ਸੀ ਜੋ ਉਸ ਨੂੰ ਘਰ ਪੁਲਿਸ ਅਧਿਕਾਰੀ ਆਪ ਛੱਡ ਕੇ ਆਏ। ਅੱਗੇ ਖਬਰ ਹੈ ਕਿ ਮੈਨੀਟੋਬਾ ਵਿੱਚ ਕੋਵਿਡ-19 ਦੇ ਜੋ ਮਾਮਲੇ ਨੇ ਉਹਨਾਂ ਦੀ ਗਿਣਤੀ ਇਸ ਸਮੇਂ ਕਾਫੀ ਗਿਣਤੀ ਦੇ ਵਿੱਚ ਲਗਾਤਾਰ ਸਾਹਮਣੇ ਆ ਰਹੀ ਹੈ, ਜਿਸ ਤੋਂ ਬਾਅਦ ਮੈਨੀਟੋਬਾ ਦੇ ਪ੍ਰੀਮੀਅਰ ਨੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੇ ਨਾਲ ਗੱਲਬਾਤ ਵੀ ਕੀਤੀ ਹੈ। ਖਾਸ ਤੌਰ ਦੇ ਉੱਤੇ ਵਿਨੀਪੈਗ ਤੋਂ ਕਾਫੀ ਮਾਮਲੇ ਸਾਹਮਣੇ ਆ ਰਹੇ ਨੇ, ਜਿਸ ਦੇ ਵਾਸਤੇ ਹੁਣ ਫੈਡਰਲ ਸਰਕਾਰ ਤੋਂ ਮਦਦ ਦੀ ਮੰਗ ਕੀਤੀ ਗਈ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸ਼ੁੱਕਰਵਾਰ ਦੀ ਸਵੇਰ ਨੂੰ ਵਿਨੀਪੈਗ ਦੇ ਮੇਅਰ ਬ੍ਰਾਇਨ ਬੋਮੈਨ ਤੇ ਨਾਲ ਹੀ ਮੈਨੀਟੋਬਾ ਦੇ ਪ੍ਰੀਮੀਅਰ ਬ੍ਰਾਇਨ ਪਲੇਸਟਰ ਦੇ ਨਾਲ ਬੈਠਕ ਕੀਤੀ। ਇਸ ਬੈਠਕ ਦੇ ਦੌਰਾਨ ਮੈਨੀਟੋਬਾ ਦੇ ਵਿੱਚ ਇਸ ਸਮੇਂ ਕੋਵਿਡ-19 ਦੇ ਕਰਕੇ ਵਧੇ ਮਾਮਲਿਆਂ ਦੇ ਬਾਰੇ ਚਰਚਾ ਕੀਤੀ ਗਈ ਤੇ ਨਾਲ ਹੀ ਫੈਡਰਲ ਸਰਕਾਰ ਤੋਂ ਸੂਬੇ ਨੇ ਮਦਦ ਦੀ ਮੰਗ ਕੀਤੀ, ਜਿਸ ਦੇ ਵਿੱਚ ਵਿਨੀਪੈਗ ਦੇ ਮੇਅਰ ਨੇ ਇਹ ਵੀ ਮੰਗ ਕੀਤੀ ਕਿ ਉਹਨਾਂ ਨੂੰ ਫੌਜ ਤੋਂ ਅਧਿਕਾਰੀਆਂ ਦੀ ਲੋੜ ਹੈ ਤਾਂ ਕਿ ਮਦਦ ਦਿੱਤੀ ਜਾ ਸਕੇ, ਜਿਸ ਦੇ ਵਿੱਚ ਦੱਸਿਆ ਗਿਆ ਕਿ ICUs ਦੇ ਵਿੱਚ ਵੱਡੀ ਗਿਣਤੀ ਲੋਕਾਂ ਦੀ ਇਸ ਸਮੇਂ ਭਰਤੀ ਹੋ ਰਹੀ ਹੈ, ਜਿਸ ਦੇ ਕਰਕੇ ਕਾਫੀ ਜ਼ਿਆਦਾ ਸਿਹਤ ਕਾਮਿਆਂ ਦੀ ਲੋੜ ਪੈ ਰਹੀ ਹੈ, ਜਿੱਥੇ ਕੋਵਿਡ-19 ਦੇ ਮਾਮਲੇ ਵਧਣ ਦੇ ਕਰਕੇ ਲਗਾਤਾਰ ਉਹਨਾਂ ਦੇ ਉੱਤੇ ਕਾਬੂ ਪਾਉਣ ਦੇ ਵਾਸਤੇ ਵੱਖੋ ਵੱਖਰੇ ਕਦਮ ਚੁੱਕੇ ਜਾ ਰਹੇ ਨੇ ਤੇ ਸਖਤੀ ਵੀ ਕੀਤੀ ਗਈ ਹੈ। ਅੱਗੇ ਕਿ ਜਿਵੇਂ ਲੌਂਗ ਵੀਕਐਂਡ ਆ ਰਿਹਾ ਹੈ ਤਾਂ ਪੁਲਿਸ ਅਧਿਕਾਰੀ ਤੇ ਨਾਲ ਹੀ ਸਰਕਾਰਾਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਜੋ ਹਦਾਇਤਾਂ ਨੇ ਸਿਹਤ ਸੰਬੰਧੀ ਲਾਗੂ ਨੇ ਉਹਨਾਂ ਦੀ ਪਾਲਣਾ ਕੀਤੀ ਜਾਵੇ, ਲੌਂਗ ਵੀਕਐਂਡ ਦੇ ਉੱਤੇ ਅਣਗਹਿਲੀ ਨਾ ਕੀਤੀ ਜਾਵੇ ਤੇ ਇਸ ਦੇ ਨਾਲ ਹੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸਰਕਾਰ ਦੇ ਵੱਲੋਂ ਕਿਹਾ ਗਿਆ ਹੈ ਕਿ 25 ਮਈ ਤੱਕ ਜਿਵੇਂ ਕਿ ਸਿਹਤ ਸੰਬੰਧੀ ਸਖਤ ਹਦਾਇਤਾਂ ਲਾਗੂ ਕੀਤੀਆਂ ਗਈਆਂ ਸਨ, ਜਿਸ ਦੇ ਵਿੱਚ ਜੋ ਵੱਖੋ ਵੱਖਰੇ ਭਾਗਾਂ ਦੇ ਵਿੱਚ ਸੂਬੇ ਨੂੰ ਤਕਸੀਮ ਕੀਤਾ ਗਿਆ, ਟਰੈਵਲ ਨੂੰ ਲੈ ਕੇ ਵੀ ਰੋਕ ਲਾਈ ਗਈ, ਪਰ 25 ਮਈ ਤੱਕ ਇਹ ਹਦਾਇਤਾਂ ਨੇ ਜੋ ਖਤਮ ਹੋ ਜਾਣਗੀਆਂ, ਜਿਸ ਤੋਂ ਬਾਅਦ ਮੰਗਲਵਾਰ ਤੋਂ ਜਿੰਨੇ ਵੀ ਰੈਸਟੋਰੈਂਟ ਨੇ ਉੱਥੇ ਡਾਈਨ ਇਨ ਸਰਵਿਸ ਮੁੜ ਤੋਂ ਸ਼ੁਰੂ ਹੋ ਸਕੇਗੀ। ਇਸ ਦੇ ਨਾਲ ਹੀ ਮੰਗਲਵਾਰ ਦਾ ਦਿਨ ਉਹ ਹੋਵੇਗਾ ਜਦੋਂ ਬ੍ਰਿਟਿਸ਼ ਕੋਲੰਬੀਆ ਸਰਕਾਰ ਦੇ ਵੱਲੋਂ ਐਲਾਨ ਕੀਤਾ ਜਾਵੇਗਾ ਕਿ ਸੂਬੇ ਭਰ ਦੇ ਵਿੱਚ ਵੱਖੋ ਵੱਖਰੇ ਪੜਾਅ ਤਹਿਤ ਕਿਸ ਤਰ੍ਹਾਂ ਜਿੰਨੀਆਂ ਵੀ ਹਦਾਇਤਾਂ ਨੇ ਉਹਨਾਂ ਨੂੰ ਹਟਾਉਣਾ ਸ਼ੁਰੂ ਕਰ ਦਿੱਤਾ ਜਾਵੇਗਾ ਤੇ ਇੱਕ ਵਾਰ ਮੁੜ ਤੋਂ ਵੱਡੀ ਗਿਣਤੀ ਲੋਕ ਇੱਕ ਥਾਂ ਦੇ ਉੱਤੇ ਇਕੱਠੇ ਵੀ ਹੋ ਸਕਣਗੇ। ਅਗਲੀ ਖਬਰ ਹੈ ਓਨਟਾਰੀਓ ਤੋਂ, ਜਿੱਥੇ ਕਿ ਮਿਨਿਸਟਰ ਬਰਦੀਸ਼ ਝੱਗਰ ਦੇ ਵੱਲੋਂ ਖਾਸ ਐਲਾਨ ਕੀਤਾ ਗਿਆ ਹੈ। ਕਾਫੀ ਗਿਣਤੀ ਦੇ ਵਿੱਚ ਘਰਾਂ ਨੂੰ ਕਿਸ ਤਰ੍ਹਾਂ
ਤੇਜ਼ ਇੰਟਰਨੈਟ ਸਰਵਿਸ ਮਿਲੇਗੀ, ਉਸ ਨਾਲ ਸੰਬੰਧਿਤ ਇਹ ਐਲਾਨ ਹੈ ਜੋ ਨਿਵੇਸ਼ ਕੀਤਾ ਜਾਵੇਗਾ। ਕੈਨੇਡਾ ਸਰਕਾਰ ਨੇ ਤੇਜ਼ ਇੰਟਰਨੈਟ ਸਰਵਿਸ ਦੇ ਲਈ ਵੱਡੇ ਨਿਵੇਸ਼ ਦਾ ਐਲਾਨ ਕੀਤਾ ਸੀ। ਉਸ ਦੇ ਵਿੱਚੋਂ $7.7 ਮਿਲੀਅਨ ਦਾ ਨਿਵੇਸ਼ ਹੁਣ ਦੱਖਣੀ ਪੱਛਮੀ ਓਨਟਾਰੀਓ ਦੇ ਵਿੱਚ ਕੀਤਾ ਜਾ ਰਿਹਾ ਹੈ, ਜਿੱਥੇ 2800 ਦੇ ਕਰੀਬ ਘਰਾਂ ਨੂੰ ਤੇਜ਼ ਇੰਟਰਨੈਟ ਸਰਵਿਸ ਦੇ ਨਾਲ ਜੋੜਿਆ ਜਾਵੇਗਾ। ਬੈਲ ਸਮੇਤ 5 ਕੰਪਨੀਆਂ ਨੂੰ 11 ਪ੍ਰੋਜੈਕਟਾਂ ਤੇ ਕੰਮ ਕਰਨ ਦੇ ਲਈ ਫੰਡਿੰਗ ਮਿਲੇਗੀ। ਯੂਨੀਵਰਸਲ ਬ੍ਰੌਡਬੈਂਡ ਫੰਡ ਦੇ ਅਧੀਨ ਇਹ ਫੰਡਿੰਗ ਦਿੱਤੀ ਜਾਵੇਗੀ। ਇਸ ਨਵੇਂ ਨਿਵੇਸ਼ ਦਾ ਜੋ ਐਲਾਨ ਹੋਇਆ ਹੈ ਉਸ ਦੇ ਨਾਲ ਕਈ ਭਾਈਚਾਰਿਆਂ ਦੇ ਵਿੱਚ ਸਰਵਿਸ ਹੋਰ ਜ਼ਿਆਦਾ ਦਿੱਤੀ ਜਾਵੇਗੀ। ਇਸ ਫੰਡਿੰਗ ਦਾ ਐਲਾਨ ਮਈ 20, 2021 ਨੂੰ ਮਿਨਿਸਟਰ ਆਫ ਡਾਇਵਰਸਿਟੀ, ਇਨਕਲੂਜਨ ਤੇ ਯੂਥ ਬਰਦੀਸ਼ ਝੱਗਰ ਨੇ ਕੀਤਾ, ਜਿਨ੍ਹਾਂ ਨੇ ਇਸ ਮੌਕੇ ਕਿਹਾ ਕਿ ਉਹਨਾਂ ਦੀ ਸਰਕਾਰ ਦਾ ਟੀਚਾ ਹੈ ਕਿ ਆਰਥਿਕਤਾ ਨੂੰ ਮੁੜਤੇ ਲੀਹ ਤੇ ਲਿਆਉਂਦੇ ਹੋਏ ਅਜਿਹੇ ਕਦਮ ਚੁੱਕੇ ਜਾਣ ਜਿਸ ਮੌਕੇ ਕੋਈ ਵੀ ਪਿੱਛੇ ਨਾ ਰਹੇ ਤੇ ਇਹ ਐਲਾਨ ਉਹਨਾਂ ਹੀ ਕਦਮਾਂ ਦੀ ਉਦਾਹਰਣ ਹੈ ਜਿਸ ਦੇ ਲਈ ਤੁਰੰਤ ਫੰਡਿੰਗ ਦਿੱਤੀ ਜਾ ਰਹੀ ਹੈ ਤਾਂ ਕਿ ਛੇਤੀ ਨਿਰਮਾਣ ਸ਼ੁਰੂ ਹੋ ਸਕੇ ਤੇ ਭਾਈਚਾਰਿਆਂ ਨੂੰ ਛੇਤੀ ਦੇ ਨਾਲ ਤੇਜ਼ ਸਰਵਿਸ ਦੇ ਨਾਲ ਜੋੜਿਆ ਜਾ ਸਕੇ। ਯੂਨੀਵਰਸਲ ਬ੍ਰੌਡਬੈਂਡ ਫੰਡ ਨਵੰਬਰ 2020 ਦੇ ਵਿੱਚ ਕੈਨੇਡਾ ਸਰਕਾਰ ਨੇ ਲਾਂਚ ਕੀਤਾ ਸੀ, ਜਿਸ ਦੇ ਵਿੱਚ ਪ੍ਰੋਜੈਕਟਾਂ ਦੇ ਲਈ ਤੁਰੰਤ ਦਿੱਤੀ ਜਾਣ ਵਾਲੀ ਫੰਡਿੰਗ ਦੇ ਵਿੱਚ $150 ਮਿਲੀਅਨ ਨਿਵੇਸ਼ ਕੀਤਾ ਜਾ ਰਿਹਾ ਹੈ, ਜਿਨ੍ਹਾਂ ਨੂੰ ਨਵੰਬਰ 15, 2021 ਤੱਕ ਪੂਰਾ ਕਰ ਦਿੱਤਾ ਜਾਵੇਗਾ। ਯੂਨੀਵਰਸਲ ਬ੍ਰੌਡਬੈਂਡ ਫੰਡ ਦੇ ਰਾਹੀਂ ਕੁੱਲ $2.75 ਬਿਲੀਅਨ ਦਾ ਨਿਵੇਸ਼ ਹੋਵੇਗਾ। ਅੱਗੇ ਖਬਰ ਹੈ ਸਰੀ ਤੋਂ, ਜਿੱਥੇ ਕਿ ਅੱਜ ਸਵੇਰੇ ਇੱਕ ਕਤਲ ਦਾ ਮਾਮਲਾ ਸਾਹਮਣੇ ਆਇਆ। ਕਤਲ ਕੀਤੇ ਜਾਣ ਤੋਂ ਬਾਅਦ ਉਸ ਦੇਹ ਨੂੰ ਅੱਗ ਲਗਾ ਦਿੱਤੀ ਗਈ ਤੇ ਇਸ ਮਾਮਲੇ ਵਿੱਚ ਇੱਕ ਗ੍ਰਿਫਤਾਰੀ ਵੀ ਹੋਈ ਹੈ। ਸਰੀ RCMP ਨੇ ਜਾਣਕਾਰੀ ਦਿੱਤੀ ਹੈ ਕਿ ਸਰੀ ਵਿੱਚ ਅੱਜ ਸਵੇਰੇ ਉਹਨਾਂ ਨੂੰ ਇੱਕ ਲਾਸ਼ ਮਿਲੀ ਹੈ। ਦਰਅਸਲ ਅੱਜ ਸਵੇਰੇ 4:30 ਵਜੇ ਦੇ ਕਰੀਬ ਦਾ ਸਮਾਂ ਸੀ ਜਦੋਂ ਸਰੀ RCMP ਨੂੰ ਜਾਣਕਾਰੀ ਮਿਲੀ ਕਿ ਇੱਕ ਥਾਂ ਦੇ ਉੱਤੇ ਅੱਗ ਲੱਗੀ ਹੋਈ ਹੈ 48 ਐਵੇਨਿਊ ਤੇ 168 ਸਟਰੀਟ ਦੇ ਉੱਤੇ। ਤੇ ਜਦੋਂ ਉਹ ਪਹੁੰਚੀ, ਅੱਗ ਨੂੰ ਬੁਝਾਇਆ ਗਿਆ ਫਾਇਰ ਸਰਵਿਸਿਜ਼ ਦੇ ਵੱਲੋਂ, ਤਾਂ ਉੱਥੇ ਇੱਕ ਵਿਅਕਤੀ ਸੜ ਰਿਹਾ ਮਿਲਿਆ ਉਹਨਾਂ ਨੂੰ, ਜੋ ਕਿ ਮ੍ਰਿਤਕ ਸੀ। ਜਿਸ ਤੋਂ ਬਾਅਦ 5 ਵਜੇ ਦੇ ਕਰੀਬ ਪੁਲਿਸ ਨੇ ਇੱਕ ਵਿਅਕਤੀ ਨੂੰ ਨਿਊਟਨ ਦੇ ਵਿੱਚ ਇੱਕ ਘਰ ਦੇ ਵਿੱਚੋਂ ਗ੍ਰਿਫਤਾਰ ਕਰ ਲਿਆ ਇਸ ਮਾਮਲੇ ਦੇ ਵਿੱਚ, ਜਿਸ ਤੋਂ ਬਾਅਦ ਪੁਲਿਸ ਨੇ ਕਿਹਾ ਕਿ ਇਹ ਉਹਨਾਂ ਨੂੰ ਕੋਈ ਆਮ ਮਾਮਲਾ ਨਹੀਂ ਜਾਪਦਾ। ਇਸ ਮੌਕੇ ਜਾਂਚ ਹਜੇ ਸ਼ੁਰੂਆਤੀ ਦੌਰ ਦੇ ਵਿੱਚ ਹੈ ਤੇ ਨਾਲ ਹੀ ਉਹਨਾਂ ਨੇ ਵੀ ਸਾਫ਼ ਕੀਤਾ ਕਿ ਇਸ ਮਾਮਲੇ ਦਾ ਸਬੰਧ ਕਿਸੇ ਵੀ ਗੈਂਗ ਦੇ ਨਾਲ ਜੁੜੀ ਗਤੀਵਿਧੀ ਦੇ ਨਾਲ ਨਹੀਂ ਹੈ। ਪੁਲਿਸ ਅਧਿਕਾਰੀਆਂ ਦੇ ਵੱਲੋਂ ਮੌਕੇ ਦੇ ਉੱਤੇ ਜਾਂਚ ਕੀਤੀ ਜਾ ਰਹੀ ਹੈ। ਇੰਟੀਗ੍ਰੇਟਿਡ ਹੋਮਿਸਾਈਡ ਇਨਵੈਸਟੀਗੇਸ਼ਨ ਟੀਮ ਨੂੰ ਵੀ ਮੌਕੇ ਤੇ ਬੁਲਾਇਆ ਗਿਆ, ਜਿਨ੍ਹਾਂ ਦੇ ਵੱਲੋਂ ਸਰੀ RCMP ਨਾਲ ਮਿਲ ਕੇ ਇਸ ਦੇ ਉੱਤੇ ਕੰਮ ਕੀਤਾ ਜਾ ਰਿਹਾ ਹੈ ਜਾਂਚ ਦੇ ਵਿੱਚ। ਇਸ ਦੌਰਾਨ ਪੁਲਿਸ ਨੇ ਕਿਹਾ ਕਿ ਸਬੂਤ ਇਕੱਠੇ ਕਰਨ ਦੀ ਉਹ ਹਜੇ ਪਹਿਲੇ ਪੜਾਅ ਦੇ ਵਿੱਚ ਨਹੀਂ, ਜਿਸ ਕਰਕੇ ਇਸ ਦੇ ਬਾਰੇ ਕੋਈ ਹੋਰ ਜਾਣਕਾਰੀ ਤਾਂ ਨਹੀਂ ਉਹ ਦੇ ਸਕਦੇ ਤੇ ਆਈਹਿੱਟ ਦੇ ਵੱਲੋਂ ਅੱਗੇ ਇਸ ਦੇ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਜੇਕਰ ਕਿਸੇ ਨੂੰ ਵੀ ਇਸ ਦੇ ਬਾਰੇ ਕੋਈ ਹੋਰ ਜਾਣਕਾਰੀ ਦਾ ਪਤਾ ਹੋਵੇ ਤਾਂ ਆਈਹਿੱਟ ਦੇ ਨਾਲ 187755144448 ਤੇ ਸੰਪਰਕ ਕੀਤਾ ਜਾ ਸਕਦਾ ਹੈ। ਫਿਲਹਾਲ ਕਤਲ ਦੇ ਮਾਮਲੇ ਵਿੱਚ ਇੱਕ ਵਿਅਕਤੀ ਦੀ ਗ੍ਰਿਫਤਾਰੀ ਪੁਲਿਸ ਨੇ ਕੀਤੀ ਹੈ। ਅਗਲੀ ਖਬਰ ਨਨਾਇਮੋ ਤੋਂ ਹੈ। ਨਨਾਇਮੋ ਦੇ ਵਿੱਚ ਗੋਲੀਆਂ ਚੱਲੀਆਂ ਨੇ। ਗੱਡੀ ਦੇ ਵਿੱਚ ਬੈਠੇ ਇੱਕ ਵਿਅਕਤੀ ਦੀ ਜਾਨ ਲਈ ਗਈ ਹੈ। ਨਨਾਇਮੋ ਦੇ ਵਿੱਚ ਵੀਰਵਾਰ ਦੀ ਦੁਪਹਿਰ ਨੂੰ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ, ਜਿਸ ਤੋਂ ਬਾਅਦ ਇੱਕ ਮੌਤ ਵੀ ਹੋਈ ਹੈ। ਰੌਕ ਸਿਟੀ ਸੈਂਟਰ ਦੇ ਉੱਤੇ ਇਹ ਗੋਲੀਆਂ ਚੱਲੀਆਂ ਨੇ, ਜੋ ਕਿ 2980 ਆਈਲੈਂਡ ਹਾਈਵੇ ਦੇ ਉੱਤੇ ਹੈ, ਜਿੱਥੇ ਕਿ ਕਈ ਫਾਸਟ ਫੂਡ ਰੈਸਟੋਰੈਂਟ ਵੀ ਨੇ। ਇਸ ਦੌਰਾਨ ਨਨਾਇਮੋ RCMP ਅਧਿਕਾਰੀਆਂ ਨੇ ਜਾਣਕਾਰੀ ਦਿੱਤੀ ਕਿ ਪਲਾਜ਼ੇ ਦੇ ਪਾਰਕਿੰਗ ਲਾਟ ਦੇ ਵਿੱਚ ਦੁਪਹਿਰ ਦੇ ਕਰੀਬ 3:30 ਵਜੇ ਦਾ ਸਮਾਂ ਸੀ ਜਦੋਂ ਗੋਲੀਆਂ ਚੱਲਣ ਦੇ ਬਾਰੇ ਉਹਨਾਂ ਨੂੰ ਪਤਾ ਲੱਗਿਆ। ਜਿਸ ਤੋਂ ਬਾਅਦ ਜਦੋਂ ਪੁਲਿਸ ਅਧਿਕਾਰੀ ਮੌਕੇ ਦੇ ਉੱਤੇ ਪਹੁੰਚੇ ਤਾਂ ਉੱਥੇ ਇੱਕ ਵਾਹਨ ਜੋ ਕਿ ਪਾਰਕ ਕੀਤਾ ਹੋਇਆ ਸੀ, ਉਸ ਦੇ ਵਿੱਚ ਇੱਕ ਵਿਅਕਤੀ ਮ੍ਰਿਤਕ ਪਾਇਆ ਗਿਆ, ਜਿਸ ਦੀ ਕਿ ਗੋਲੀਆਂ ਲੱਗਣ ਦੇ ਕਰਕੇ ਮੌਤ ਹੋਈ ਸੀ। ਜਿਸ ਤੋਂ ਬਾਅਦ BC ਕੋਰਨਰ ਸਰਵਿਸ ਤੋਂ ਅਧਿਕਾਰੀ ਵੀ ਮੌਕੇ ਦੇ ਉੱਤੇ ਪਹੁੰਚੇ, ਜਿਨ੍ਹਾਂ ਦੇ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਪੁਲਿਸ ਅਧਿਕਾਰੀਆਂ ਨੇ ਇਹ ਵੀ ਦੱਸਿਆ ਕਿ ਉਹਨਾਂ ਨੇ ਕਈ ਵਿਅਕਤੀਆਂ ਦੀ ਗ੍ਰਿਫਤਾਰੀ ਕੀਤੀ ਹੈ। ਇਸ ਮਾਮਲੇ ਨਾਲ ਸੰਬੰਧਿਤ ਉਹਨਾਂ ਨੂੰ ਜਾਪ ਰਹੇ ਨੇ, ਜਿਨ੍ਹਾਂ ਦੀ ਗ੍ਰਿਫਤਾਰੀ ਬੈਸਟ ਵੈਸਟਰਨ ਹੋਟਲ ਤੋਂ ਮੈਟਰੋ ਸਟਰੀਟ ਤੋਂ ਕੀਤੀ ਗਈ ਹੈ। ਜਿਸ ਦੇ ਬਾਰੇ ਪੁਲਿਸ ਨੇ ਦੱਸਿਆ ਕਿ ਉਹਨਾਂ ਨੇ ਉਸ ਵਾਹਨ ਨੂੰ ਵੀ ਜ਼ਬਤ ਕੀਤਾ ਹੈ ਜੋ ਕਿ ਗੋਲੀ ਚੱਲਣ ਦੇ ਇਸ ਮਾਮਲੇ ਨਾਲ ਸੰਬੰਧਿਤ ਉਹਨਾਂ ਨੂੰ ਜਾਪਿਆ ਹੈ। ਇਸ ਮੌਕੇ ਅਧਿਕਾਰੀਆਂ ਨੇ ਇਹ ਵੀ ਕਿਹਾ ਕਿ ਉਹ ਇਹ ਪੁਸ਼ਟੀ ਨਹੀਂ ਕਰ ਸਕਦੇ ਕਿ ਹਜੇ ਹੋਰ ਵੀ ਵਿਅਕਤੀ ਮੌਜੂਦ ਨੇ ਜਾਂ ਨਹੀਂ, ਜਿਹੜੇ ਕਿ ਇਸ ਗੋਲੀ ਚੱਲਣ ਦੇ ਮਾਮਲੇ ਨਾਲ ਸੰਬੰਧਿਤ ਨੇ, ਕਿ ਉਹਨਾਂ ਦੀ ਗ੍ਰਿਫਤਾਰੀ ਦੇ ਵਿੱਚ ਨਹੀਂ ਆਏ। ਉਹਨਾਂ ਦੇ ਵੱਲੋਂ ਫਿਲਹਾਲ ਇਸ ਦੇ ਬਾਰੇ ਜਾਂਚ ਕੀਤੀ ਜਾ ਰਹੀ ਹੈ ਤੇ ਇਸ ਦੇ ਬਾਰੇ ਹੋਰ ਜ਼ਿਆਦਾ ਜਾਣਕਾਰੀ ਜਦੋਂ ਵੀ ਸਾਹਮਣੇ ਆਉਂਦੀ ਹੈ ਤਾਂ ਲੋਕਾਂ ਨੂੰ ਇਸ ਦੇ ਬਾਰੇ ਜਾਣਕਾਰੀ ਦਿੱਤੀ ਜਾਵੇਗੀ, ਅਜਿਹਾ ਪੁਲਿਸ ਨੇ ਕਿਹਾ। ਜਿਨ੍ਹਾਂ ਨੇ ਕਿਹਾ ਕਿ ਇਹ ਮਾਮਲਾ ਗੈਂਗਵਾਰ ਨਾਲ ਸੰਬੰਧਿਤ ਜਾਪ ਰਿਹਾ ਹੈ ਤੇ ਜਿਸ ਵਿਅਕਤੀ ਨੂੰ ਗੋਲੀ ਮਾਰ ਕੇ ਉਸ ਦੀ ਹੱਤਿਆ ਕੀਤੀ ਗਈ ਹੈ ਉਹ ਵੀ ਗੈਂਗਵਾਰ ਦੇ ਨਾਲ ਸੰਬੰਧਿਤ ਮਾਮਲੇ ਦੇ ਨਾਲ ਸੰਬੰਧ ਰੱਖਦਾ ਉਹਨਾਂ ਨੂੰ ਜਾਪਦਾ ਹੈ। ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਜੇਕਰ ਕਿਸੇ ਦੇ ਕੋਲ ਵੀ ਕੋਈ ਵੀਡੀਓ ਫੁਟੇਜ ਜਾਂ ਫਿਰ ਡੈਸ਼ਕੈਮ ਫੁਟੇਜ ਹੋਵੇ 3:15 ਤੋਂ 3:45 ਤੱਕ ਦੀ ਵੀਰਵਾਰ ਦੇ ਦੁਪਹਿਰ ਨੂੰ ਉਸ ਥਾਂ ਦੀ, ਤਾਂ ਨਨਾਇਮੋ RCMP ਦੇ ਨਾਲ 2507542345 ਤੇ ਸਿੱਧਾ ਸੰਪਰਕ ਕੀਤਾ ਜਾ ਸਕਦਾ ਹੈ।
ਇਸ ਦੇ ਨਾਲ ਹੀ ਅੱਜ ਦੇ ਇਸ ਬੁਲੇਟਿਨ ਵਿੱਚ ਇੰਨਾ ਹੀ। ਮੈਨੂੰ ਪੁਨੀਤ ਕੌਰ ਦਿਓ ਇਜਾਜ਼ਤ। ਤੁਸੀਂ ਦੇਖਦੇ ਰਹੋ PNCN।